ਗੁੱਡ ਮਾਰਨਿੰਗ ਔਰ ਡੀਅਰ ਸਟੂਡੈਂਟਸ। ਜਿਵੇਂ ਕਿ ਪਹਿਲਾਂ ਅਸੀਂ ਪਾਠ ਨੰਬਰ 4 ਸ਼੍ਰੀ ਗੁਰੂ ਅੰਗਦ ਦੇਵ ਜੀ ਤੋਂ ਲੈ ਕੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਤੱਕ ਸਿੱਖ ਗੁਰੂਆਂ ਦਾ ਯੋਗਦਾਨ ਭਾਵ ਸਿੱਖ ਧਰਮ ਦੇ ਵਿਕਾਸ ਵਿੱਚ ਉਹਨਾਂ ਦਾ ਕੀ ਯੋਗਦਾਨ ਰਿਹਾ, ਉਸ ਬਾਰੇ ਅਸੀਂ ਪੜ੍ਹਦੇ ਆ ਰਹੇ ਹਾਂ। ਅਸੀਂ ਕੱਲ੍ਹ ਪੜ੍ਹਿਆ ਸੀ ਕਿ ਸ਼੍ਰੀ ਗੁਰੂ ਅਰਜਨ ਦੇਵ ਜੀ ਬਾਰੇ। ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਜਨਮ 15 ਅਪ੍ਰੈਲ 1563 ਈਸਵੀ ਨੂੰ ਸਿੱਖਾਂ ਦੇ ਚੌਥੇ ਗੁਰੂ ਰਾਮਦਾਸ ਜੀ ਅਤੇ ਬੀਬੀ ਭਾਨੀ ਜੀ ਦੇ ਘਰ ਗੋਇੰਦਵਾਲ ਸਾਹਿਬ ਵਿਖੇ ਹੋਇਆ ਸੀ। ਉਹ ਗੁਰੂ ਰਾਮਦਾਸ ਜੀ ਦੇ ਸਭ ਤੋਂ ਛੋਟੇ ਪੁੱਤਰ ਸਨ। ਉਹਨਾਂ ਦਾ ਵੱਡਾ ਭਰਾ ਪਿਰਥੀ ਚੰਦ, ਦੂਸਰਾ ਮਹਾਦੇਵ ਅਤੇ ਤੀਜੇ ਨੰਬਰ 'ਤੇ ਸ਼੍ਰੀ ਗੁਰੂ ਅਰਜਨ ਦੇਵ ਜੀ ਸਨ। ਤਾਂ ਸ਼੍ਰੀ ਗੁਰੂ ਰਾਮਦਾਸ ਜੀ ਨੇ ਇਹਨਾਂ ਦੇ ਗੁਣਾਂ ਦਾ ਪ੍ਰਭਾਵਿਤ ਹੋ ਕੇ ਸ਼੍ਰੀ ਗੁਰੂ ਅਰਜਨ ਦੇਵ ਜੀ ਭਾਵ ਆਪਣੇ ਸਭ ਤੋਂ ਛੋਟੇ ਪੁੱਤਰ ਨੂੰ ਸਿੱਖਾਂ ਦੇ 5ਵੇਂ ਗੁਰੂ ਵਜੋਂ ਨਿਵਾਜਿਆ ਸੀ। ਤਾਂ ਗੁਰੂ ਅਰਜਨ ਦੇਵ ਜੀ ਦਾ ਸਭ ਤੋਂ ਮਹਾਨ ਕੰਮ ਸੀ ਅੰਮ੍ਰਿਤਸਰ ਦੇ ਵਿੱਚ ਹਰਿਮੰਦਰ ਸਾਹਿਬ ਦੀ ਉਸਾਰੀ ਦਾ ਕੰਮ ਕਰਾਉਣਾ, ਜੋ ਕਿ ਇਹਨਾਂ ਨੇ 1589 ਦੇ ਵਿੱਚ ਪ੍ਰਸਿੱਧ ਸੂਫੀ ਫਕੀਰ ਮੀਆਂ ਮੀਰ ਜੀ ਤੋਂ ਉਸ ਦੀ ਨੀਂਹ ਰਖਾਈ ਸੀ ਅਤੇ 1601 ਦੇ ਵਿੱਚ ਹਰਿਮੰਦਰ ਸਾਹਿਬ ਦੀ ਜੋ ਇਮਾਰਤ ਸੀ ਉਹ ਬਣ ਕੇ ਤਿਆਰ ਹੋ ਗਈ ਸੀ ਅਤੇ 1604 ਵਿੱਚ ਹਰਿਮੰਦਰ ਸਾਹਿਬ ਵਿੱਚ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਸੀ ਅਤੇ ਬਾਬਾ ਬੁੱਢਾ ਜੀ ਨੂੰ ਇਸ ਦਾ ਪਹਿਲਾ ਗ੍ਰੰਥੀ ਨਿਯੁਕਤ ਕੀਤਾ ਗਿਆ ਸੀ। ਆਦਿ ਗ੍ਰੰਥ ਕਿਉਂਕਿ ਉਸ ਸਮੇਂ ਹੋਰ ਵੱਖ-ਵੱਖ ਜੋ ਆਪਣੇ ਆਪ ਨੂੰ ਸਿੱਖ ਧਰਮ ਦੇ ਗੁਰੂ ਕਹਾਉਂਦੇ ਸਨ, ਉਹਨਾਂ ਨੇ ਆਪਣੀ ਬਾਣੀ ਦਾ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਸੀ। ਤਾਂ ਗੁਰੂ ਜੀ ਨੇ ਸਭ ਤੋਂ ਅਹਿਮ ਇਹ ਕੀਤਾ ਕਿ ਗੁਰੂ ਸਾਹਿਬਾਨ ਦੀ ਬਾਣੀ ਦਾ ਗਿਆਨ ਕਰਾਉਣ ਅਤੇ ਉਸ ਦੀ ਸੰਭਾਲ ਕਰਨ ਲਈ ਆਦਿ ਗ੍ਰੰਥ ਜੀ ਦਾ ਸੰਕਲਨ ਕਰਕੇ ਸਿੱਖਾਂ ਨੂੰ ਇੱਕ ਵੱਖਰਾ ਧਾਰਮਿਕ ਗ੍ਰੰਥ ਪ੍ਰਦਾਨ ਕੀਤਾ ਸੀ। ਗ੍ਰੰਥ ਦੇ ਸੰਕਲਨ ਦਾ ਕੰਮ ਅੰਮ੍ਰਿਤਸਰ ਵਿਖੇ ਰਾਮਸਰ ਗੁਰੂ ਜੀ ਨੇ ਇੱਕ ਸ਼ਾਂਤੀ ਵਾਲੀ ਥਾਂ, ਜਿਸ ਨੂੰ ਰਾਮਸਰ ਸਰੋਵਰ ਕਿਹਾ ਜਾਂਦਾ ਹੈ, ਉੱਥੇ ਰਾਮਸਰ ਸਰੋਵਰ ਦੇ ਕੰਢੇ ਇਕਾਂਤ ਸਥਾਨ 'ਤੇ ਆਰੰਭ ਕੀਤਾ ਗਿਆ। ਸ਼੍ਰੀ ਗੁਰੂ ਅਰਜਨ ਦੇਵ ਜੀ ਆਪ ਬੋਲ ਕੇ ਗੁਰੂ ਅਰਜਨ ਦੇਵ ਜੀ ਬੋਲਦੇ ਗਏ ਅਤੇ ਭਾਈ ਗੁਰਦਾਸ ਜੀ ਬਾਣੀ ਨੂੰ ਲਿਖਦੇ ਗਏ। ਆਦਿ ਗ੍ਰੰਥ ਸਾਹਿਬ ਜੀ ਵਿੱਚ ਸਿੱਖ ਗੁਰੂਆਂ ਦੀ ਬਾਣੀ ਤੋਂ ਇਲਾਵਾ ਕਈ ਹਿੰਦੂ ਭਗਤਾਂ, ਸੂਫੀ ਸੰਤਾਂ, ਭੱਟਾਂ ਅਤੇ ਗੁਰਸਿੱਖਾਂ ਦੇ ਸ਼ਬਦਾਂ ਨੂੰ ਸਥਾਨ ਦਿੱਤਾ ਗਿਆ। 1604 ਈਸਵੀ ਵਿੱਚ ਆਦਿ ਗ੍ਰੰਥ ਸਾਹਿਬ ਜੀ ਦੇ ਸੰਕਲਨ ਦਾ ਕੰਮ ਸੰਪੂਰਨ ਹੋਇਆ ਸੀ ਅਤੇ ਇਸ ਦਾ ਪਹਿਲਾ ਪ੍ਰਕਾਸ਼ ਹਰਿਮੰਦਰ ਸਾਹਿਬ ਵਿਖੇ ਕੀਤਾ ਗਿਆ ਸੀ। ਬਾਬਾ ਬੁੱਢਾ ਜੀ ਨੂੰ ਇਸ ਦਾ ਪਹਿਲਾ ਗ੍ਰੰਥੀ ਨਿਯੁਕਤ ਕੀਤਾ ਸੀ। ਸਭ ਤੋਂ ਮਹਾਨ ਕੰਮ ਸੀ ਇਹ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਆਦਿ ਗ੍ਰੰਥ ਸਾਹਿਬ ਦਾ ਸੰਪਾਦਨ ਕਰਾਉਣਾ। ਫਿਰ ਗੁਰੂ ਅਰਜਨ ਦੇਵ ਜੀ ਨੇ 1590 ਵਿੱਚ ਤਰਨਤਾਰਨ ਖਾਰਾ ਨਾਮਕ ਪਿੰਡ ਦੇ ਲੋਕਾਂ ਤੋਂ ਜ਼ਮੀਨ ਮੁੱਲ ਖਰੀਦੀ ਸੀ ਅਤੇ ਤਰਨਤਾਰਨ ਸਰੋਵਰ ਦੀ ਖੁਦਾਈ ਕਰਾਈ ਸੀ, ਭਾਵ ਜੋ ਇਸ ਸਰੋਵਰ ਵਿੱਚ ਇਸ਼ਨਾਨ ਕਰੇਗਾ ਉਹ ਤਰ ਜਾਵੇਗਾ। ਅਤੇ 1590 ਵਿੱਚ ਤਰਨਤਾਰਨ ਦੀ ਸਥਾਪਨਾ ਕੀਤੀ। 1593 ਵਿੱਚ ਜਲੰਧਰ ਦੇ ਕੋਲ ਕਰਤਾਰਪੁਰ ਭਾਵ ਈਸ਼ਵਰ ਦਾ ਘਰ ਅਤੇ 1595 ਵਿੱਚ ਆਪਣੇ ਪੁੱਤਰ ਸ਼੍ਰੀ ਗੁਰੂ ਹਰਗੋਬਿੰਦ ਦੇ ਜਨਮ ਦੀ ਖੁਸ਼ੀ ਵਿੱਚ ਬਿਆਸ ਨਦੀ ਦੇ ਕੰਢੇ 1595 ਵਿੱਚ ਹਰਗੋਬਿੰਦਪੁਰ ਦੀ ਸਥਾਪਨਾ ਕੀਤੀ। ਇੱਕ ਨਗਰ ਵਸਾਇਆ ਹਰਗੋਬਿੰਦਪੁਰ। ਅਤੇ ਫਿਰ ਬਡਾਲੀ ਪਿੰਡ ਅੰਮ੍ਰਿਤਸਰ ਦੇ ਪੱਛਮ ਵਾਲੇ ਪਾਸੇ ਬਡਾਲੀ ਪਿੰਡ ਵਿੱਚ ਪਾਣੀ ਦੀ ਘਾਟ ਸੀ, ਜਿੱਥੇ ਇਹਨਾਂ ਨੇ 6 ਹਾਟਾਂ ਵਾਲਾ ਖੂਹ ਲਗਵਾਇਆ ਸੀ, ਜਿਸ ਦਾ ਨਾਂ ਅੱਜ ਕੱਲ੍ਹ ਸਿਹਟਾ ਹੈ। ਫਿਰ ਗੁਰੂ ਜੀ ਜਦੋਂ ਯਾਤਰਾ 'ਤੇ ਗਏ ਤਾਂ 1599 ਦੇ ਵਿੱਚ ਲਾਹੌਰ ਯਾਤਰਾ ਦੌਰਾਨ ਲਾਹੌਰ ਦੇ ਡੱਬੀ ਬਾਜ਼ਾਰ ਵਿੱਚ ਇੱਕ ਬਾਉਲੀ ਦਾ ਨਿਰਮਾਣ ਕਰਾਇਆ, ਜਿਸ ਨਾਲ ਸਥਾਨਕ ਖੇਤਰ ਦੇ ਪਾਣੀ ਦੀ ਕਮੀ ਨੂੰ ਦੂਰ ਕੀਤਾ ਜਾ ਸਕਿਆ। ਗੁਰੂ ਅਰਜਨ ਦੇਵ ਜੀ ਨੇ ਸਿੱਖ ਧਰਮ ਦੇ ਵਿਕਾਸ ਵਿੱਚ ਹੋਰ ਬਹੁਤ ਯੋਗਦਾਨ ਪਾਇਆ। ਉਹਨਾਂ ਨੇ ਘੋੜਿਆਂ ਦੇ ਵਪਾਰ ਨੂੰ ਉਤਸ਼ਾਹ ਦਿੱਤਾ। ਉਹਨਾਂ ਨੇ ਕਿਹਾ ਸਿੰਧ ਦਰਿਆ ਦੇ ਪਾਰ ਜਾ ਕੇ ਸਿੱਖ ਘੋੜਿਆਂ ਦਾ ਵਪਾਰ ਕਰਨ। ਉਹੀ ਵਪਾਰ, ਉਹੀ ਘੋੜੇ ਜੋ ਬਾਅਦ ਦੇ ਵਿੱਚ ਸ਼੍ਰੀ ਗੁਰੂ ਹਰਗੋਬਿੰਦ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਵੇਲੇ ਖਾਲਸਾ ਦੀ ਸੈਨਾ ਦੇ ਕੰਮ ਆ ਸਕੇ। ਫਿਰ ਗੁਰੂ ਅਰਜਨ ਦੇਵ ਜੀ ਨੇ ਸਮਾਜ ਸੁਧਾਰ ਕੀਤੇ ਸਨ। ਇਹਨਾਂ ਨੇ ਵਿਧਵਾ ਵਿਆਹ ਦੇ ਹੱਕ ਵਿੱਚ ਸਨ। ਤਰਨਤਾਰਨ ਵਿੱਚ ਕੋਹੜੀਆਂ ਦੇ ਲਈ ਇੱਕ ਆਸ਼ਰਮ ਬਣਵਾਇਆ ਸੀ। ਕੋਹੜੀਆਂ ਦੇ ਲਈ ਉੱਥੇ ਆਸ਼ਰਮ ਤੋਂ ਇਲਾਵਾ ਉੱਥੇ ਮੁਫਤ ਦਵਾਈਆਂ ਮਿਲਦੀਆਂ ਸਨ, ਭੋਜਨ ਮਿਲਦਾ ਸੀ। ਕੋਹੜੀਆਂ ਲਈ ਇੱਕ ਵੱਖਰੀ ਬਸਤੀ ਦੀ ਸਥਾਪਨਾ ਕੀਤੀ ਸੀ। ਲੀਪਰਜ਼, ਜਿਹਨੂੰ ਇੰਗਲਿਸ਼ ਲੀਪਰਜ਼ ਕਹਿੰਦੇ ਆ, ਉਹਨਾਂ ਵਾਸਤੇ ਇੱਕ ਵੱਖਰੀ ਬਸਤੀ ਦੀ ਸਥਾਪਨਾ ਕੀਤੀ ਸੀ ਅਤੇ ਉੱਥੇ ਉਹਨਾਂ ਨੂੰ ਮੁਫਤ ਭੋਜਨ, ਵਸਤਰ ਅਤੇ ਦਵਾਈਆਂ ਦਾ ਪ੍ਰਬੰਧ ਕੀਤਾ ਗਿਆ। ਫਿਰ ਸਿੱਖ ਧਰਮ ਦਾ ਪ੍ਰਚਾਰ ਕਰਨ ਲਈ ਗੁਰੂ ਜੀ ਨੇ ਮਾਝੇ ਦੇ ਇਲਾਕੇ ਯਾਤਰਾ ਕੀਤੀ ਸੀ। ਖਡੂਰ ਸਾਹਿਬ, ਗੋਇੰਦਵਾਲ ਸਾਹਿਬ,
ਸਰਹਾਲੀ ਦੀ ਯਾਤਰਾ ਕੀਤੀ। ਫਿਰ ਇੱਥੋਂ ਉਹ ਭੈਣੀ ਸਾਹਿਬ ਗਏ ਸਨ, ਜਿੱਥੇ ਇੱਕ ਸਿੱਖ ਦੀ ਪਤਨੀ ਵੱਲੋਂ ਤਿਆਰ ਕੀਤੇ ਗਏ ਸਵਾਦੀ ਭੋਜਨ ਛਕ ਕੇ ਗੁਰੂ ਜੀ ਨੇ ਭੈਣੀ ਪਿੰਡ ਦਾ ਨਾਂ ਰੱਖਿਆ ਸੀ ਚੋਲਾ ਪਿੰਡ ਰੱਖਤਾ ਸੀ। ਇੱਥੋਂ ਗੁਰੂ ਜੀ ਖਾਨਪੁਰ ਗਏ ਸਨ, ਫਿਰ ਖਾਰਾ ਨਾਮੀ ਪਿੰਡ, ਜਿੱਥੇ ਉਹਨਾਂ ਨੇ 1590 ਵਿੱਚ ਤਰਨ ਤਾਰਨ ਨਾਂ ਦਾ ਪਿੰਡ ਵਸਾਇਆ ਸੀ। ਇਸੇ ਤਰ੍ਹਾਂ 1593 ਵਿੱਚ ਕਰਤਾਰਪੁਰ ਅਤੇ 1595 ਵਿੱਚ ਹਰਗੋਬਿੰਦਪੁਰ ਨਗਰ ਵਸਾਇਆ ਸੀ। ਇਸ ਸ੍ਰੀ ਗੁਰੂ ਅਰਜਨ ਦੇਵ ਜੀ ਬਾਰੇ। ਫਿਰ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ। ਕਿਉਂਕਿ ਗੁਰੂ ਅਰਜਨ ਦੇਵ ਜੀ ਦੇ ਅਕਬਰ ਦੇ ਨਾਲ ਤਾਂ ਚੰਗੇ ਸੰਬੰਧ ਸਨ, ਉਹਨਾਂ ਦੇ ਕਹਿਣ 'ਤੇ 1 ਸਾਲ ਦਾ ਭੂਬੀ ਕਰ ਵੀ ਅਕਬਰ ਨੇ ਮਾਫ਼ ਕਰ ਦਿੱਤਾ ਸੀ। ਪਰ ਸਿੱਖ ਧਰਮ ਲਈ ਆਤਮ ਬਲਿਦਾਨ ਦੇਣਾ ਪਿਆ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ, ਜੋ ਇਹਨਾਂ ਨੇ ਸਿੱਖ ਧਰਮ ਲਈ ਆਤਮ ਬਲਿਦਾਨ ਦਿੱਤਾ, ਜੋ ਸਿੱਖ ਧਰਮ ਵਿੱਚ ਸਭ ਤੋਂ ਪਹਿਲੇ ਸ਼ਹੀਦ ਗੁਰੂ ਹੋਏ ਹਨ। ਤਾਂ ਮੁਗਲ ਬਾਦਸ਼ਾਹ ਅਕਬਰ ਦੀ ਮੌਤ ਪਿੱਛੋਂ ਉਸ ਦਾ ਪੁੱਤਰ ਜਹਾਂਗੀਰ ਮੁਗਲ ਬਾਦਸ਼ਾਹ ਬਣਿਆ ਸੀ, ਮੁਗਲ ਸਮਰਾਟ ਬਣਿਆ ਸੀ, ਜਿਸ ਦੇ ਵਿੱਚ ਉਹ ਇੱਕ ਕੱਟੜ ਮੁਸਲਮਾਨ ਸੀ। ਜੋ ਜਹਾਂਗੀਰ ਸੀ ਉਹ ਇੱਕ ਕੱਟੜ ਮੁਸਲਮਾਨ ਸੀ, ਅਤੇ ਉਹ ਕਿਸੇ ਵੀ ਧਰਮ ਨੂੰ, ਇਕੱਲਾ ਮੁਸਲਿਮ ਧਰਮ ਤੋਂ ਬਿਨਾਂ ਕਿਸੇ ਵੀ ਧਰਮ ਨੂੰ ਉਹ ਪਸੰਦ ਨਹੀਂ ਕਰਦਾ ਸੀ। ਤਾਂ ਗੁਰੂ ਅਰਜਨ ਦੇਵ ਜੀ ਦੇ ਵਿਰੋਧੀ ਵੀ ਬਹੁਤ ਸਨ, ਤਾਂ ਵਿਰੋਧੀਆਂ ਦੇ ਲਈ ਇੱਕ ਇਹ ਵਧੀਆ ਮੌਕਾ ਸੀ ਕਿ ਕਿਵੇਂ ਨਾ ਕਿਵੇਂ ਕਰਕੇ ਗੁਰੂ ਅਰਜਨ ਦੇਵ ਜੀ ਵਿਰੁੱਧ ਜਹਾਂਗੀਰ ਨੂੰ ਭੜਕਾਇਆ ਜਾਵੇ ਅਤੇ ਉਹਨਾਂ ਦੇ ਵਿਰੁੱਧ ਕੋਈ ਨਾ ਕੋਈ ਕਾਰਵਾਈ ਕਰਵਾਈ ਜਾ ਸਕੇ। ਤਾਂ ਜੋ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਸੀ, ਉਸ ਦੇ ਕਾਰਨ ਸਿੱਖ ਪੰਥ ਦਾ ਵਿਸਤਾਰ। ਪਹਿਲੀ ਗੱਲ ਤਾਂ ਉਸ ਸਮੇਂ ਤੱਕ ਸਿੱਖ ਪੰਥ ਦਾ ਵਿਸਤਾਰ ਬਹੁਤ ਹੋ ਚੁੱਕਿਆ ਸੀ, ਅਤੇ ਤਾਂ ਕਰਕੇ ਜਹਾਂਗੀਰ ਇਸ ਚੀਜ਼ ਨੂੰ ਸਹਿਣ ਨਾ ਕਰ ਸਕਿਆ, ਅਤੇ ਲੋਕ ਗੁਰੂ ਅਰਜਨ ਦੇਵ ਜੀ ਨੂੰ ਸੱਚੇ ਪਾਤਸ਼ਾਹ ਕਹਿ ਕੇ ਬੁਲਾਉਣ ਲੱਗ ਪਏ ਸਨ, ਜਿਸ ਨੂੰ ਜਹਾਂਗੀਰ ਸਹਿਣ ਨਾ ਕਰ ਸਕਿਆ। ਦੂਜਾ ਕਾਰਨ ਸੀ ਪ੍ਰਿਥੀ ਚੰਦ ਦੀ ਦੁਸ਼ਮਣੀ। ਪ੍ਰਿਥੀ ਚੰਦ ਗੁਰੂ ਅਰਜਨ ਦੇਵ ਜੀ ਦਾ ਵੱਡਾ ਭਰਾ ਸੀ, ਜੋ ਖੁਦ ਨੂੰ ਗੁਰਗੱਦੀ ਦਾ ਵਾਰਸ ਸਮਝਦਾ ਸੀ ਕਿ ਉਹ ਗੁਰੂ ਅਰਜਨ ਦੇਵ ਤੋਂ ਵੱਡਾ ਹੈ। ਗੁਰਗੱਦੀ ਨਾ ਮਿਲਣ ਕਰਕੇ ਉਸਨੇ ਆਪਣੀ ਇੱਕ ਨਵੀਂ ਸੰਪਰਦਾ ਚਲਾ ਦਿੱਤੀ ਸੀ, ਮੀਨਾ ਸੰਪਰਦਾ, ਮੀਨਾ। ਤਾਂ ਕਰਕੇ ਪ੍ਰਿਥੀ ਚੰਦ ਨੂੰ ਮੀਨਾ ਵੀ ਕਿਹਾ ਜਾਂਦਾ ਸੀ। ਅਤੇ ਫਿਰ ਪ੍ਰਿਥੀ ਚੰਦ ਤੋਂ ਬਾਅਦ ਉਸ ਦਾ ਪੁੱਤਰ ਮਿਹਰਬਾਨ ਉੱਚ ਕੋਟੀ ਦਾ ਵਿਦਵਾਨ ਸੀ, ਜੋ ਮੀਨਾ ਸੰਪਰਦਾਇ ਦਾ ਮੁਖੀ ਬਣਿਆ ਸੀ, ਅਤੇ ਉਸਨੇ ਗੁਰੂ ਨਾਨਕ ਦੇਵ ਜੀ ਦੇ ਜੀਵਨ ਨਾਲ ਸੰਬੰਧਿਤ ਜਨਮ ਸਾਖੀ ਲਿਖੀ ਸੀ, ਜਿਸ ਨੂੰ ਮਿਹਰਬਾਨ ਦੁਆਰਾ ਰਚੀ ਜਨਮ ਸਾਖੀ ਕਿਹਾ ਜਾਂਦਾ ਹੈ। ਮਿਹਰਬਾਨ ਵਾਲੀ ਜਨਮ ਸਾਖੀ ਵੀ ਕਿਹਾ ਜਾਂਦਾ ਹੈ। ਮਿਹਰਬਾਨ ਪ੍ਰਿਥੀ ਚੰਦ ਦਾ ਸਪੁੱਤਰ ਸੀ, ਅਤੇ ਪ੍ਰਿਥੀ ਚੰਦ ਗੁਰੂ ਅਰਜਨ ਦੇਵ ਜੀ ਦਾ ਵਿਰੋਧੀ ਸੀ, ਅਤੇ ਜਦੋਂ ਉਸ ਨੂੰ ਗੁਰਗੱਦੀ ਨਾ ਮਿਲੀ ਤਾਂ ਉਸਨੇ ਆਪਣੀ ਇੱਕ ਵੱਖਰੀ ਸੰਪਰਦਾ ਮੀਨਾ ਸੰਪਰਦਾ ਬਣਾ ਦਿੱਤੀ, ਅਤੇ ਪ੍ਰਿਥੀ ਚੰਦ ਨੇ ਮਸੰਦਾ ਕੋਲੋਂ ਪੈਸੇ ਖੋਹਣੇ ਸ਼ੁਰੂ ਕਰ ਦਿੱਤੇ। ਪ੍ਰਿਥੀ ਚੰਦ ਨੇ ਆਪਣੀ ਬਾਣੀ ਰਚ ਕੇ ਆਪਣੇ ਆਪ ਨੂੰ ਗੁਰੂ ਅਖਵਾਉਣਾ ਸ਼ੁਰੂ ਕਰ ਦਿੱਤਾ ਸੀ, ਅਤੇ ਉਸਨੇ ਜਹਾਂਗੀਰ ਦੇ ਕੋਲ ਵੀ, ਮੁਗਲ ਬਾਦਸ਼ਾਹ ਦੇ ਕੋਲ ਵੀ ਗੁਰੂ ਅਰਜਨ ਦੇਵ ਜੀ ਦੇ ਵਿਰੁੱਧ ਕੰਨ ਭਰੇ ਸਨ। ਅਗਲਾ ਵਿਰੁੱਧ ਦੇ ਨਕਸ਼ਬੰਦੀਆਂ ਨੇ। ਜੋ ਨਕਸ਼ਬੰਦੀ ਸਨ, ਪੰਜਾਬ ਵਿੱਚ ਸਿੱਖ ਧਰਮ ਦੇ ਵੱਧ ਰਹੇ ਪ੍ਰਭਾਵ ਨੂੰ ਰੋਕਣ ਲਈ ਸਰਹੰਦ ਦੇ ਨਕਸ਼ਬੰਦੀ ਲਹਿਰ ਨਾਲ ਸੰਬੰਧਿਤ ਮੁਸਲਮਾਨਾਂ ਨੇ ਸ਼ੇਖ ਅਹਿਮਦ ਸਰਹੰਦੀ ਦੀ ਅਗਵਾਈ ਵਿੱਚ ਅਕਬਰ ਦੇ ਕੋਲ ਜਾ ਕੇ ਗੁਰੂ ਜੀ ਵਿਰੁੱਧ ਸ਼ਿਕਾਇਤ ਕੀਤੀ ਸੀ। ਪਰ ਅਕਬਰ ਆਪ ਧਰਮ ਨਿਰਪੱਖ ਸਮਰਾਟ ਸੀ, ਤਾਂ ਕਰਕੇ ਉਹਨਾਂ ਨੇ ਗੁਰੂ ਜੀ ਦੇ ਵਿਰੁੱਧ ਕੋਈ ਕਾਰਵਾਈ ਨਾ ਕੀਤੀ। ਪਰ ਜਹਾਂਗੀਰ ਦੇ ਸਮੇਂ ਨਕਸ਼ਬੰਦੀਆਂ ਨੂੰ ਇਹ ਮੌਕਾ ਮਿਲ ਗਿਆ ਸੀ। ਉਸ ਤੋਂ ਅਗਲਾ ਸੀ ਚੰਦੂ ਸ਼ਾਹ। ਚੰਦੂ ਸ਼ਾਹ ਇੱਕ ਲਾਹੌਰ ਦਾ ਪ੍ਰਭਾਵਸ਼ਾਲੀ ਅਧਿਕਾਰੀ ਸੀ, ਅਤੇ ਚੰਦੂ ਸ਼ਾਹ ਦੀ ਕੁੜੀ ਦੀ ਮੰਗਣੀ ਗੁਰੂ ਅਰਜਨ ਦੇਵ ਜੀ ਦੇ ਸਪੁੱਤਰ ਸ੍ਰੀ ਗੁਰੂ ਹਰਗੋਬਿੰਦ ਜੀ ਨਾਲ ਹੋਣੀ ਤੈਅ ਹੋਈ ਸੀ। ਪਰ ਉਸਦੇ ਹੰਕਾਰੀ ਸੁਭਾਅ ਕਰਕੇ ਸਿੱਖ ਸੰਗਤਾਂ ਦੀ ਗੱਲ ਮੰਨ ਕੇ ਗੁਰੂ ਜੀ ਨੇ ਉਸ ਰਿਸ਼ਤੇ ਤੋਂ ਨਾਂਹ ਕਰ ਦਿੱਤੀ ਸੀ, ਜਿਸ ਨੂੰ ਚੰਦੂ ਸ਼ਾਹ ਨੇ ਆਪਣੀ ਬੇਇੱਜ਼ਤੀ ਸਮਝਿਆ, ਅਤੇ ਉਹ ਵੀ ਗੁਰੂ ਜੀ ਦੇ ਵਿਰੁੱਧ ਹੋ ਗਿਆ ਸੀ। ਅਗਲਾ ਕਾਰਨ ਸੀ ਜਹਾਂਗੀਰ ਦੀ ਧਾਰਮਿਕ ਅਸਹਿਣਸ਼ੀਲਤਾ। ਕਿਉਂਕਿ ਜਹਾਂਗੀਰ ਇੱਕ ਧਾਰਮਿਕ ਕੱਟੜ ਸੀ, ਮੁਸਲਮਾਨ ਸੀ। ਉਹ ਸਿਰਫ ਮੁਸਲਮਾਨ ਧਰਮ ਨੂੰ ਹੀ ਪਸੰਦ ਕਰਦਾ ਸੀ, ਕਿਸੇ ਹੋਰ ਨੂੰ ਨਹੀਂ। ਇਹ ਵੀ ਕਾਰਨ ਸੀ। ਜੋ ਸਭ ਤੋਂ ਤਤਕਾਲੀ ਕਾਰਨ ਸੀਗਾ ਜਹਾਂਗੀਰ ਦੇ ਪੁੱਤਰ ਖੁਸਰੋ ਨੇ ਸਮਰਾਟ ਬਣਨ ਲਈ, ਭਾਵ ਖੁਸਰੋ ਨੇ ਜਹਾਂਗੀਰ ਦੇ ਵਿਰੁੱਧ ਵਿਦਰੋਹ ਕਰ ਦਿੱਤਾ। ਗੱਦੀ ਪ੍ਰਾਪਤ ਕਰਨ ਲਈ ਆਪਣੇ ਜੋ ਮੁਗਲ ਸਮਰਾਟ ਦੀ ਗੱਦੀ ਸੀ, ਮੁਗਲ ਸਮਰਾਟ ਬਣਨ ਦੇ ਲਈ ਵਿਦਰੋਹ ਕਰ ਦਿੱਤਾ। ਤਾਂ ਜਹਾਂਗੀਰ ਨੇ ਖੁਸਰੋ ਨੂੰ ਗ੍ਰਿਫਤਾਰ ਕਰਨ ਲਈ ਉਸ ਦੇ ਪਿੱਛੇ ਮੁਗਲ ਸੈਨਾ ਭੇਜ ਦਿੱਤੀ। ਕਿਹਾ ਜਾਂਦਾ ਹੈ ਕਿ ਗੁਰੂ ਜੀ ਨੂੰ ਗੋਇੰਦਵਾਲ ਵਿਖੇ ਖੁਸਰੋ ਮਿਲਿਆ। ਗੁਰੂ ਜੀ ਨੇ ਸਿੱਖ ਮਰਿਆਦਾ ਅਨੁਸਾਰ ਉਸ ਦਾ ਵਧੀਆ ਆਦਰ ਮਾਣ ਕੀਤਾ, ਅਤੇ ਉਸਨੂੰ ਲੰਗਰ ਵੀ ਛਕਾਇਆ, ਜਿਸ ਨੂੰ ਜਹਾਂਗੀਰ
ਸਹਿਣ ਨਾ ਕਰ ਸਕਿਆ ਅਤੇ ਗੁਰੂ ਜੀ ਨੂੰ ਇਸ ਦੇ ਬਦਲੇ ਇਸ ਮੌਕੇ ਦਾ ਇਸ ਚੀਜ਼ ਦਾ ਫਾਇਦਾ ਉਠਾ ਕੇ ਗੁਰੂ ਜੀ ਨੂੰ ਸ਼ਹੀਦ ਕਰ ਦਿੱਤਾ। ਤਾਂ ਸ਼ਹੀਦੀ ਤਾਂ 24 ਮਈ 1606 ਈਸਵੀ ਨੂੰ ਗੁਰੂ ਜੀ ਨੂੰ ਬੰਦੀ ਬਣਾ ਕੇ ਲਾਹੌਰ ਲਿਆਂਦਾ ਗਿਆ। ਜਹਾਂਗੀਰ ਨੇ ਗੁਰੂ ਜੀ ਨੂੰ ਸ਼ਹੀਦ ਕਰਨ ਦਾ ਹੁਕਮ ਦਿੱਤਾ ਅਤੇ 30 ਮਈ 1606 ਈਸਵੀ ਨੂੰ ਗੁਰੂ ਜੀ ਨੂੰ ਗਰਮ ਤਵੀ ਉੱਤੇ ਬਿਠਾ ਕੇ ਅਤੇ ਉੱਤੇ ਗਰਮ ਰੇਤ ਪਾ ਕੇ ਸ਼ਹੀਦ ਕਰ ਦਿੱਤਾ ਗਿਆ। ਗੁਰੂ ਅਰਜਨ ਦੇਵ ਜੀ ਸਿੱਖ ਧਰਮ ਵਿੱਚ ਪਹਿਲੇ ਸ਼ਹੀਦ ਗੁਰੂ ਹੋਏ ਹਨ। ਇਸ ਤਰ੍ਹਾਂ ਗੁਰੂ ਅਰਜਨ ਦੇਵ ਜੀ ਦਾ ਯੋਗਦਾਨ ਅਤੇ ਉਹਨਾਂ ਦੀ ਸ਼ਹੀਦੀ ਬਾਰੇ ਅਸੀਂ ਪੜ੍ਹਿਆ ਅਤੇ ਇਸ ਤੋਂ ਅੱਜ ਅੱਗੇ ਜੋ ਸਾਨੂੰ ਕੰਮ ਆਇਆ ਹੈ ਉਹ ਆਇਆ ਹੈ ਗੁਰੂ ਹਰਗੋਬਿੰਦ ਜੀ ਬਾਰੇ। ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦਾ ਪ੍ਰਭਾਵ ਕੀ ਪਿਆ? ਸਭ ਤੋਂ ਅਹਿਮ ਪ੍ਰਭਾਵ ਪਿਆ ਸੀਗਾ ਸ਼੍ਰੀ ਗੁਰੂ ਹਰਗੋਬਿੰਦ ਜੀ ਦੀ ਨਵੀਂ ਨੀਤੀ। ਉਹਨਾਂ ਨੇ ਮੀਰੀ ਅਤੇ ਪੀਰੀ ਨਾਂ ਦੀਆਂ 2 ਤਲਵਾਰਾਂ ਧਾਰਨ ਕੀਤੀਆਂ ਸਨ ਅਤੇ ਅਕਾਲ ਤਖਤ ਦੀ ਉਸਾਰੀ ਕਰਾਈ ਸੀ ਅਤੇ ਸਿੱਖਾਂ ਅਤੇ ਮੁਗਲਾਂ ਦੇ ਵਿਚਕਾਰ ਟਕਰਾਓ ਹੋ ਗਿਆ ਸੀ ਜੋ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਤੱਕ, ਬਾਅਦ ਵਿੱਚ ਬੰਦਾ ਬਹਾਦਰ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਤੱਕ ਵੀ ਚੱਲਦਾ ਰਿਹਾ। ਮੁਗਲ ਸ਼ਾਸਕਾਂ ਦਾ ਸਿੱਖਾਂ ਉੱਤੇ ਅਤਿਆਚਾਰ ਕਰਦੇ ਰਹੇ। ਉਹ 1609 ਵਿੱਚ ਜਹਾਂਗੀਰ ਨੇ ਗਵਾਲੀਅਰ ਦੇ ਕਿਲ੍ਹੇ ਵਿੱਚ ਗੁਰੂ ਹਰਗੋਬਿੰਦ ਜੀ ਨੂੰ ਕੈਦ ਕਰ ਦਿੱਤਾ ਸੀ ਅਤੇ 1675 ਵਿੱਚ 9ਵੇਂ ਗੁਰੂ ਤੇਗ ਬਹਾਦਰ ਜੀ ਨੂੰ ਔਰੰਗਜ਼ੇਬ ਨੇ ਸ਼ਹੀਦ ਕਰਵਾ ਦਿੱਤਾ ਸੀ। ਪਰ ਇਸ ਨਾਲ ਸਭ ਤੋਂ ਅਹਿਮ ਗੱਲ ਇਹ ਹੋਈ ਕਿ ਸਿੱਖਾਂ ਦੇ ਵਿੱਚ ਏਕਤਾ ਦੀ ਭਾਵਨਾ ਪੈਦਾ ਹੋ ਗਈ ਸੀ। ਸਿੱਖਾਂ ਦੇ ਵਿੱਚ ਏਕਤਾ ਦੀ ਭਾਵਨਾ ਪੈਦਾ ਹੋ ਗਈ ਸੀ। ਅੱਜ ਅਸੀਂ ਕਰਾਂਗੇ ਸ਼੍ਰੀ ਗੁਰੂ ਹਰਗੋਬਿੰਦ ਜੀ ਬਾਰੇ। ਸ਼੍ਰੀ ਗੁਰੂ ਹਰਗੋਬਿੰਦ ਜੀ ਦਾ ਜਨਮ 5 ਜੁਲਾਈ 1595 ਨੂੰ 5 ਜੁਲਾਈ 1595 ਈਸਵੀ ਨੂੰ ਹੋਇਆ ਸੀ। 5 ਜੁਲਾਈ 1595 ਈਸਵੀ ਨੂੰ ਹੋਇਆ ਸੀਗਾ ਅੰਮ੍ਰਿਤਸਰ ਵਿਖੇ। 5 ਜੁਲਾਈ 1595 ਨੂੰ ਹੋਇਆ ਸੀ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਘਰ। ਭਾਵ ਸ਼੍ਰੀ ਗੁਰੂ ਹਰਗੋਬਿੰਦ ਜੀ ਦੇ ਪਿਤਾ ਦਾ ਨਾਂ ਸ਼੍ਰੀ ਗੁਰੂ ਅਰਜਨ ਦੇਵ ਜੀ ਅਤੇ ਮਾਤਾ ਦਾ ਨਾਂ ਕੀ ਸੀਗਾ? ਮਾਤਾ ਦਾ ਨਾਂ ਅਸੀਂ ਕੱਲ੍ਹ ਪੜ੍ਹਿਆ ਸੀ ਅਤੇ ਇਹਨਾਂ ਦੀ ਮਾਤਾ ਦਾ ਨਾਂ ਸੀਗਾ ਗੰਗਾ ਦੇਵੀ। ਮਾਤਾ ਦਾ ਨਾਂ ਇਹਨਾਂ ਦਾ ਸੀ ਗੰਗਾ ਦੇਵੀ, ਮਾਤਾ ਗੰਗਾ ਜੀ, ਮਾਤਾ ਗੰਗਾ ਜੀ ਕਹਿ ਸਕਦੇ ਹਾਂ ਅਤੇ ਗੰਗਾ ਜੀ ਸੀਗਾ ਇਹਨਾਂ ਦੀ ਮਾਤਾ ਦਾ ਨਾਂ। ਅਤੇ ਸਿੱਖ ਧਰਮ ਦੇ 6ਵੇਂ ਗੁਰੂ ਹੋਏ। ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਉਪਰੰਤ 1606 ਈਸਵੀ ਵਿੱਚ 6ਵੇਂ ਗੁਰੂ ਹਰਗੋਬਿੰਦ ਜੀ ਨੇ ਗੁਰਗੱਦੀ ਸੰਭਾਲੀ। ਆਪ 1645 ਈਸਵੀ ਤੱਕ ਗੁਰਗੱਦੀ ਉੱਤੇ ਰਹਿ ਕੇ ਸਿੱਖ ਧਰਮ ਦੇ ਵਿਕਾਸ ਨਾਲ ਭਰਪੂਰ ਯਤਨ ਕਰਦੇ ਰਹੇ। ਗੁਰੂ ਹਰਗੋਬਿੰਦ ਸਾਹਿਬ ਤੋਂ ਪਹਿਲੇ ਸਾਰੇ ਗੁਰੂਆਂ ਨੇ ਸਿੱਖਾਂ ਦੀ ਕੇਵਲ ਅਧਿਆਤਮਕ ਰਹਿਨੁਮਾਈ ਕੀਤੀ ਸੀ, ਪਰ ਗੁਰੂ ਹਰਗੋਬਿੰਦ ਜੀ ਨੇ ਸਿੱਖਾਂ ਵਿੱਚ ਮੌਕੇ ਨੂੰ ਸਮਝਦਿਆਂ ਨਿਡਰਤਾ ਅਤੇ ਆਤਮ ਵਿਸ਼ਵਾਸ ਦੀ ਭਾਵਨਾ ਜਗਾਉਣ ਲਈ ਮੀਰੀ ਅਤੇ ਪੀਰੀ 2 ਸ਼ਕਤੀਆਂ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ। ਮੀਰੀ ਦੀ ਤਲਵਾਰ ਤਾਂ ਉਹਨਾਂ ਦੇ ਸੰਸਾਰਿਕ ਵਿਸ਼ਿਆਂ ਦੇ ਮਾਮਲਿਆਂ ਵਿੱਚ ਅਗਵਾਈ ਕਰਦੀ ਸੀ, ਭਾਵ ਦੁਨੀਆ। ਮੀਰੀ ਦੀ ਤਲਵਾਰ ਤਾਂ ਉਹਨਾਂ ਦਾ ਸੰਸਾਰਿਕ ਵਿਸ਼ਿਆਂ ਦੇ ਮਾਮਲਿਆਂ ਵਿੱਚ ਅਗਵਾਈ ਕਰਦੀ ਸੀ ਅਤੇ ਪੀਰੀ ਦੀ ਤਲਵਾਰ ਧਾਰਮਿਕ ਰਹਿਨੁਮਾਈ ਦਾ ਚਿੰਨ੍ਹ ਸੀ। ਇਸ ਘਟਨਾ ਨੇ ਸਿੱਖ ਇਤਿਹਾਸ ਉੱਤੇ ਡੂੰਘਾ ਪ੍ਰਭਾਵ ਪਾਇਆ। ਉਹਨਾਂ ਨੇ ਆਪਣੇ ਸੀਸ ਉੱਤੇ ਸ਼ਾਹੀ ਢੰਗ ਨਾਲ ਕਲਗੀ ਸੰਜਾਈ ਅਤੇ ਉਹਨਾਂ ਨੇ 52 ਅੰਗ ਰੱਖਿਅਕ ਵੀ ਰੱਖੇ, ਜਿਸ ਨਾਲ ਉਹਨਾਂ ਦੀ ਰਾਜਸੀ ਠਾਠ ਵਿੱਚ ਵਾਧਾ ਹੋਇਆ। ਉਹਨਾਂ ਨੂੰ ਲੋਕ ਸੱਚਾ ਪਾਤਸ਼ਾਹ ਵੀ ਕਹਿਣ ਲੱਗ ਪਏ। ਗੁਰੂ ਹਰਗੋਬਿੰਦ ਜੀ ਨੇ ਹਰਿਮੰਦਰ ਸਾਹਿਬ ਦੇ ਸਾਹਮਣੇ ਪੱਛਮ ਵੱਲ ਅਕਾਲ ਤਖਤ ਦੀ ਉਸਾਰੀ ਕਰਾਈ। ਉਸ ਦੇ ਅੰਦਰ 12 ਫੁੱਟ ਉੱਚੇ ਥੜੇ ਦਾ ਨਿਰਮਾਣ ਕਰਾਇਆ, ਜੋ ਰਾਜਿਆਂ ਮਹਾਰਾਜਿਆਂ ਦੇ ਤਖਤ ਵਰਗਾ ਸੀ। ਉੱਚਾ ਤਖਤ, ਇੱਕ ਥੜਾ ਬਣਾਇਆ 12 ਫੁੱਟ ਉੱਚਾ। ਹਰਿਮੰਦਰ ਸਾਹਿਬ ਵਿੱਚ ਗੁਰੂ ਜੀ ਧਾਰਮਿਕ ਸਿੱਖਿਆ ਦਿੰਦੇ ਸਨ, ਭਾਵ ਅਧਿਆਤਮਿਕ ਸਿੱਖਿਆ, ਅਤੇ ਉਸ ਥੜੇ ਅਕਾਲ ਤਖਤ ਦੇ ਅੰਦਰ ਜੋ ਉੱਚਾ ਥੜਾ ਬਣਾਇਆ ਸੀ, ਉਸ ਥੜੇ ਉੱਤੇ ਬੈਠ ਕੇ ਉਹ ਸਿੱਖਾਂ ਨੂੰ ਰਾਜਨੀਤਿਕ ਸਿੱਖਿਆ ਦਿੰਦੇ ਸਨ। ਗੁਰੂ ਹਰਗੋਬਿੰਦ ਜੀ ਨੇ ਅੰਮ੍ਰਿਤਸਰ ਦੀ ਰੱਖਿਆ ਲਈ ਉਸ ਦੇ ਚਾਰੇ ਪਾਸੇ ਕੰਧ ਦੀ ਉਸਾਰੀ ਕਰਵਾਈ। ਉਹਨਾਂ ਨੇ ਸ਼ਹਿਰ ਵਿੱਚ ਲੋਹਗੜ੍ਹ ਨਾਮੀ ਕਿਲ੍ਹੇ ਦਾ ਨਿਰਮਾਣ ਵੀ ਕਰਾਇਆ। ਉਸ ਕਿਲ੍ਹੇ ਵਿੱਚ ਲੋੜ ਅਨੁਸਾਰ ਸੈਨਿਕ ਸਨਮਾਨ ਵੀ ਰੱਖਿਆ ਗਿਆ। ਸ਼੍ਰੀ ਗੁਰੂ ਹਰਗੋਬਿੰਦ ਜੀ ਸਿੱਖ ਧਰਮ ਵਿੱਚ 6ਵੇਂ ਗੁਰੂ ਹੋਏ ਹਨ, ਜਿਨ੍ਹਾਂ ਦਾ ਜਨਮ 5 ਜੁਲਾਈ 1595 ਈਸਵੀ ਨੂੰ ਹੋਇਆ ਸੀ। ਕਿਉਂਕਿ 1606 ਈਸਵੀ ਵਿੱਚ ਗੁਰੂ ਅਰਜਨ ਦੇਵ ਜੀ ਨੂੰ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ ਸੀ, ਤਾਂ ਜਿਸ ਦਾ ਸਿੱਖ ਧਰਮ ਦੇ ਵਿੱਚ ਸਿੱਖ ਲੋਕਾਂ ਦੇ ਵਿੱਚ ਬੜਾ ਹੀ
ਵਿਰੋਧ ਸੀ, ਬੜਾ ਹੀ ਇੱਕ ਸਹਿਮ ਜਿਹਾ ਹੋ ਗਿਆ ਸੀ ਵੀ ਇਹ ਕੀ ਹੋ ਗਿਆ। ਤਾਂ ਇਸ ਚੀਜ਼ ਦਾ, ਇਸ ਮੌਕੇ ਦੇ ਅਨੁਸਾਰ ਸ੍ਰੀ ਗੁਰੂ ਹਰਗੋਬਿੰਦ ਜੀ ਨੇ ਮੀਰੀ ਅਤੇ ਪੀਰੀ ਨਾਂ ਦੀਆਂ 2 ਤਲਵਾਰਾਂ ਧਾਰਨ ਕੀਤੀਆਂ। ਜੋ ਮੀਰੀ ਸੀ ਉਹ ਸੰਸਾਰਕ ਕੰਮਿਆਂ ਦਾ, ਜੋ ਪੀਰੀ ਸੀ ਉਹ ਧਾਰਮਿਕ ਭਾਵ ਅਧਿਆਤਮਿਕ ਦਾ ਚਿੰਨ੍ਹ ਸੀ। ਅਤੇ ਗੁਰੂ ਜੀ ਨੇ ਆਪਣੀ ਠਾਠ ਬਾਠ ਵਿੱਚ ਵਾਧਾ ਕੀਤਾ। ਗੁਰੂ ਜੀ ਦਾ ਕੋਈ ਮਕਸਦ ਇਹ ਨਹੀਂ ਸੀ ਕਿ ਵੀ ਉਹ ਰਾਜਿਆਂ ਮਹਾਰਾਜਿਆਂ ਵਾਂਗ ਰਹਿਣ, ਸਿਰਫ ਉਹ ਇੱਕ ਸਿੱਖਾਂ ਦੇ ਵਿੱਚ ਇੱਕ ਨਵੀਂ ਰੂਪ ਪੈਦਾ ਕਰਨੀ ਚਾਹੁੰਦੇ ਸਨ, ਰਾਜਸੀ ਚਿੰਨ੍ਹਾਂ ਨੂੰ ਅਪਣਾਉਣਾ। ਸ੍ਰੀ ਗੁਰੂ ਹਰਗੋਬਿੰਦ ਜੀ ਨੇ ਉੱਨ ਦੀ ਮਾਲਾ ਭਾਵ ਸੇਲੀ, ਪਹਿਲਾਂ ਉੱਨ ਦੀ ਮਾਲਾ ਪਾਇਆ ਕਰਦੇ, ਉੱਨ ਦੀ ਮਾਲਾ ਨੂੰ ਛੱਡ ਕੇ 2 ਤਲਵਾਰਾਂ ਪਹਿਨੀਆਂ। ਉਹਨਾਂ ਨੇ ਆਪਣੇ ਸੀਸ ਉੱਤੇ ਸ਼ਾਹੀ ਢੰਗ ਨਾਲ ਕਲਗੀ ਸਜਾਈ ਸੀ ਅਤੇ ਉਹਨਾਂ ਨੇ ਆਪਣੇ 52 ਅੰਗਰੱਖਿਅਕ ਵੀ ਰੱਖੇ ਸਨ, ਜਿਸ ਨਾਲ ਉਹ ਰਾਜਸੀ ਠਾਠ ਵਿੱਚ ਵਾਧਾ ਹੋਇਆ ਅਤੇ ਉਹਨਾਂ ਨੂੰ ਲੋਕ ਸੱਚੇ ਪਾਤਸ਼ਾਹ ਵੀ ਕਹਿਣ ਲੱਗ ਪਏ ਸਨ। ਗੁਰੂ ਹਰਗੋਬਿੰਦ ਜੀ ਨੇ ਆਪਣੇ ਸਿੱਖਾਂ ਅਤੇ ਮਸੰਦਾਂ ਨੂੰ ਸੁਨੇਹੇ ਭੇਜੇ ਕਿ ਉਹ ਸਿੱਖਾਂ ਤੋਂ ਧਨ ਦੀ ਥਾਂ ਘੋੜਿਆਂ ਅਤੇ ਸ਼ਾਸਤਰਾਂ ਦੇ ਰੂਪ ਵਿੱਚ ਭੇਟਾ ਪ੍ਰਾਪਤ ਕਰਨ। ਉਹਨਾਂ ਨੇ ਸੁਨੇਹਾ ਭੇਜਿਆ ਕਿ ਜੋ ਵੀ ਸ਼ਰਧਾਲੂ ਕੋਈ ਧਨ ਦੀ ਸੇਵਾ ਕਰਦਾ ਹੈ ਉਹ ਧਨ ਨਾ ਦੇਵੇ, ਸਗੋਂ ਸ਼ਾਸਤਰ ਜਾਂ ਘੋੜੇ ਭੇਟਾ ਕਰਨ, ਤਾਂ ਜੋ ਇੱਕ ਵਧੀਆ ਸੈਨਿਕ ਤਿਆਰ ਕੀਤੇ ਜਾ ਸਕਣ। ਗੁਰੂ ਸਾਹਿਬ ਦੇ ਹੁਕਮ ਦੀ ਇੰਨ ਬਿੰਨ ਪਾਲਣਾ ਕੀਤੀ ਗਈ। ਸਿੱਟੇ ਵਜੋਂ ਗੁਰੂ ਜੀ ਕੋਲ ਵੱਡੀ ਗਿਣਤੀ ਵਿੱਚ ਘੋੜੇ ਅਤੇ ਸ਼ਾਸਤਰ ਇਕੱਠੇ ਹੋਣ ਲੱਗੇ ਸਨ। ਗੁਰੂ ਜੀ ਨੇ ਜਦੋਂ ਗੁਰੂ ਜੀ ਕੋਲ ਸ਼ਾਸਤਰ ਇਕੱਠੇ ਹੋ ਗਏ, ਘੋੜੇ ਇਕੱਠੇ ਹੋ ਗਏ, ਤਾਂ ਉਹਨਾਂ ਨੇ ਸਭ ਤੋਂ ਅਹਿਮ ਕੰਮ ਕੀਤਾ, ਸਿੱਖ ਸੈਨਾ ਦਾ ਸੰਗਠਨ। ਗੁਰੂ ਹਰਗੋਬਿੰਦ ਜੀ ਕੋਲ 52 ਅੰਗਰੱਖਿਅਕ ਸਨ। ਉੱਥੇ ਮਾਝਾ, ਦੁਆਬਾ ਅਤੇ ਮਾਲਵੇ ਦੇ ਨੌਜਵਾਨਾਂ ਨੇ ਵੀ ਗੁਰੂ ਜੀ ਦੀ ਸੇਵਾ ਪ੍ਰਵਾਨ ਕਰ ਲਈ। ਗੁਰੂ ਜੀ ਨੇ ਉਹਨਾਂ ਨੂੰ ਇੱਕ ਇੱਕ ਘੋੜਾ ਅਤੇ ਇੱਕ ਇੱਕ ਸ਼ਸਤਰ ਦਿੱਤਾ। ਉਹਨਾਂ ਨੇ 500 ਸਿੱਖਾਂ ਨੂੰ ਅੱਗੇ 5 ਜੱਥਿਆਂ ਵਿੱਚ ਵੰਡ ਦਿੱਤਾ, ਜਿਨ੍ਹਾਂ ਦੇ ਜਥੇਦਾਰ ਸਨ ਵਿਧੀ ਚੰਦ, ਜੇਠਾ, ਪੈਰਾ, ਲਗਾ ਅਤੇ ਪਿਰਾਣਾ। ਉਹਨਾਂ ਨੇ ਬਿਨਾਂ ਕਿਸੇ ਜਾਤੀ ਭੇਦਭਾਵ ਦੇ ਆਪਣੀ ਸੈਨਾ ਵਿੱਚ ਪਠਾਨਾਂ ਨੂੰ ਵੀ ਭਰਤੀ ਕੀਤਾ, ਜਿਨ੍ਹਾਂ ਦਾ ਸੈਨਾ ਨਾਇਕ ਸੀ ਪੈਂਦੇ ਖਾਂ। ਪੈਂਦੇ ਖਾਂ ਪਠਾਨਾਂ ਦਾ ਸੈਨਾ ਨਾਇਕ ਸੀ। ਗੁਰੂ ਜੀ ਦੇ ਜੋ ਜੀਵਨ ਵਿੱਚ ਸੀ ਉਹ ਵੀ ਪਰਿਵਰਤਨ ਆ ਗਿਆ ਸੀ। ਉਹ ਹੁਣ ਲੰਗਰ ਵਿੱਚ ਜਾਂਦੇ ਅਤੇ ਸਾਰੇ ਸੈਨਿਕਾਂ ਨੂੰ ਲੰਗਰ ਛਕਾਇਆ ਜਾਂਦਾ, ਅਤੇ ਭੋਜਨ ਤੋਂ ਬਾਅਦ ਗੁਰੂ ਜੀ ਥੋੜ੍ਹੇ ਸਮੇਂ ਲਈ ਆਰਾਮ ਕਰਦੇ ਅਤੇ ਇਸ ਪਿੱਛੋਂ ਉਹ ਸੇਵਕਾਂ, ਸ਼ਿਕਾਰੀ ਕੁੱਤਿਆਂ ਅਤੇ ਬਾਜਾਂ ਨਾਲ ਸ਼ਿਕਾਰ ਨੂੰ ਜਾਂਦੇ। ਉਹਨਾਂ ਦਾ ਮਕਸਦ ਕੋਈ ਸ਼ਿਕਾਰ ਕਰਨਾ ਨਹੀਂ ਸੀ, ਕੋਈ ਜੀਵ ਹੱਤਿਆ ਕਰਨਾ ਨਹੀਂ ਸੀ। ਸਿਰਫ ਉਹ ਇੱਕ ਬਹਾਦਰ ਕੌਮ, ਇੱਕ ਨਿਡਰ ਕੌਮ ਤਿਆਰ ਕਰਨਾ ਚਾਹੁੰਦੇ ਸਨ। ਉਹਨਾਂ ਨੇ ਸਿੱਖਾਂ ਵਿੱਚ ਨਵਾਂ ਉਤਸ਼ਾਹ ਭਰਨ ਲਈ ਦਰਬਾਰ ਦੇ ਅਬਦੁਲ ਅਤੇ ਨੱਥਾ ਮਲ ਢਾਡੀਆਂ ਨੂੰ ਵੀਰ ਰਸ ਦੀਆਂ ਵਾਰਾਂ ਗਾਉਣ ਲਈ ਲਾਇਆ। ਨੱਥਾ ਅਤੇ ਅਬਦੁਲ, ਜੇ ਕੁਐਸਚਨ ਆ ਜੇ ਕਿ ਅਬਦੁਲ ਅਤੇ ਨੱਥਾ ਕੌਣ ਸਨ, ਉਹ ਗੁਰੂ ਹਰਗੋਬਿੰਦ ਜੀ ਦੇ ਦਰਬਾਰ ਦੇ 2 ਢਾਡੀ ਸਨ, ਅਬਦੁਲ ਅਤੇ ਨੱਥਾ ਮਲ। ਗੁਰੂ ਸਾਹਿਬ ਨੇ ਇੱਕ ਵਿਸ਼ੇਸ਼ ਸੰਗੀਤ ਮੰਡਲੀ ਵੀ ਸਥਾਪਿਤ ਕੀਤੀ, ਜੋ ਰਾਤ ਨੂੰ ਢੋਲਕੀ ਦੀ ਧੁਨੀ ਵਿੱਚ ਅਤੇ ਮਿਸਾਲਾਂ ਦੀ ਰੋਸ਼ਨੀ ਵਿੱਚ ਹਰਿਮੰਦਰ ਸਾਹਿਬ ਦੀ ਪਰਿਕਰਮਾ ਕਰਦਿਆਂ ਉੱਚੇ ਸੁਰ ਵਿੱਚ ਜੋਸ਼ੀਲੇ ਸ਼ਬਦ ਗਾਉਂਦੀ। ਸਭ ਤੋਂ ਅਹਿਮ ਕੰਮ ਉਹਨਾਂ ਨੇ ਕੀਤਾ ਸੀਗਾ ਅਕਾਲ ਤਖ਼ਤ ਦੀ ਉਸਾਰੀ। ਜੋ ਅਕਾਲ ਤਖ਼ਤ ਹੈ ਹਰਿਮੰਦਰ ਸਾਹਿਬ ਦੇ ਪੱਛਮ ਵੱਲ ਹੈ। ਉਸ ਦੇ ਵਿੱਚ ਇੱਕ 12 ਫੁੱਟ ਉੱਚਾ ਥੜਾ ਦਾ ਨਿਰਮਾਣ ਕਰਾਇਆ, ਜਿੱਥੇ ਗੁਰੂ ਜੀ ਬੈਠ ਕੇ ਸਿੱਖਾਂ ਨੂੰ ਰਾਜਨੀਤਿਕ ਉਦੇਸ਼ ਦਿਆ ਕਰਦੇ ਸਨ। ਅੰਮ੍ਰਿਤਸਰ ਦੀ ਕਿਲ੍ਹੇਬੰਦੀ ਕਰਾਈ ਅਤੇ ਸਾਰੇ ਦੁਸ਼ਮਣ ਦੇ ਹਮਲੇ ਤੋਂ ਬਚਾਉਣ ਲਈ ਅੰਮ੍ਰਿਤਸਰ ਸ਼ਹਿਰ ਦੀ ਕਿਲ੍ਹੇਬੰਦੀ ਕਰਾ ਦਿੱਤੀ ਅਤੇ ਉਹਨਾਂ ਨੇ ਸ਼ਹਿਰ ਦੇ ਵਿੱਚ ਲੋਹਗੜ੍ਹ ਨਾਮੀ ਕਿਲ੍ਹੇ ਦਾ ਨਿਰਮਾਣ ਵੀ ਕਰਾਇਆ। ਉਸ ਕਿਲ੍ਹੇ ਵਿੱਚ ਲੋੜ ਅਨੁਸਾਰ ਸੈਨਿਕ ਸਿੱਖ ਸਮਾਨ ਵੀ ਰੱਖਿਆ ਗਿਆ। ਇਹ ਸਾਰਾ ਕੁਛ ਅਸੀਂ ਅੱਜ ਗੁਰੂ ਹਰਗੋਬਿੰਦ ਜੀ ਬਾਰੇ ਪੜ੍ਹਿਆ ਹੈ, ਅਤੇ ਮੈਨੂੰ ਉਮੀਦ ਹੈ ਕਿ ਜੋ ਤੁਹਾਨੂੰ ਮੈਂ ਇਸ ਸਲਾਈਡ ਦੇ ਵਿੱਚ ਨਹੀਂ ਵੀ ਹੈ, ਮੈਂ ਤੁਹਾਨੂੰ ਉਹ ਵੀ ਦੱਸਣ ਦੀ ਕੋਸ਼ਿਸ਼ ਕੀਤੀ ਹੈ, ਤਾਂ ਜੋ ਕਿਸੇ ਵੀ ਵਿਦਿਆਰਥੀ ਦਾ ਕੋਈ ਵੀ ਪੁਆਇੰਟ ਮਿਸ ਨਾ ਹੋ ਸਕੇ। ਥੋੜ੍ਹੀ ਜਿਹੀ ਵੀਡੀਓ ਲੰਬੀ ਹੋ ਗਈ, ਪਰ ਜੋ ਕੁਝ ਨਹੀਂ ਲਿਖਿਆ ਕਿਉਂਕਿ ਇੰਨਾ ਕੁਝ ਸਲਾਈਡ ਦੇ ਵਿੱਚ ਆ ਵੀ ਨਹੀਂ ਸਕਦਾ। ਜੇ ਇੰਨਾ ਕੁਝ ਸਲਾਈਡ ਦੇ ਵਿੱਚ ਆਵੇਗਾ ਤਾਂ ਫਿਰ ਕੰਮ ਬਹੁਤ ਲੈਂਥੀ ਹੋ ਜਾਏਗਾ। ਪਰ ਮੈਂ ਤੁਹਾਨੂੰ ਸਾਰਾ ਕੁਝ ਬੋਲ ਕੇ ਦੱਸਤਾ, ਜੋ ਕੁਝ ਸਲਾਈਡ ਦੇ ਵਿੱਚ ਨਹੀਂ ਹੈ, ਤਾਂ ਜੋ ਕਿਸੇ ਵੀ ਵਿਦਿਆਰਥੀ ਦਾ ਕੋਈ ਨੁਕਸਾਨ ਨਾ ਹੋ ਸਕੇ, ਉਹਨਾਂ ਨੂੰ ਹਰ ਇੱਕ ਗੱਲ ਸਮਝ ਆ ਸਕੇ। ਤਾਂ ਕੁਐਸਚਨ ਆਨਸਰ ਹਨ, ਸ਼੍ਰੀ ਗੁਰੂ ਹਰਗੋਬਿੰਦ ਜੀ ਕਦੋਂ ਗੁਰਗੱਦੀ ਉੱਪਰ ਬੈਠੇ? ਤਾਂ 1606 ਈਸਵੀ ਵਿੱਚ। 1606 ਈਸਵੀ ਵਿੱਚ ਬੈਠੇ ਸਨ। ਮੀਰੀ ਅਤੇ ਪੀਰੀ ਤਲਵਾਰਾਂ ਦਾ ਅਰਥ। ਮੀਰੀ
ਸੰਸਾਰਿਕ ਕੰਮਾਂ ਦਾ ਤੇ ਪੀਰੀ ਅਧਿਆਤਮਕ। ਅਕਾਲ ਤਖਤ ਦੀ ਸਾਹਿਬ ਥੜੇ ਦੀ ਉਚਾਈ ਕਿੰਨੀ ਹੈ? 12 ਫੁੱਟ। ਕਿੰਨੀ ਹੈ? 12 ਫੁੱਟ। ਠੀਕ ਜਾਂ ਗਲਤ? ਅਕਾਲ ਤਖਤ ਹਰਿਮੰਦਰ ਸਾਹਿਬ ਦੇ ਪੂਰਬ ਵਿੱਚ ਸਥਿਤ ਹੈ। ਗਲਤ ਹੈ, ਪੱਛਮ ਵਿੱਚ ਹੈ। ਸ਼੍ਰੀ ਗੁਰੂ ਅਰਜਨ ਦੇਵ ਜੀ ਨੂੰ ਲੋਕ ਸੱਚੇ ਪਾਤਸ਼ਾਹ ਕਹਿਣ ਲੱਗ ਪਏ। ਸ਼੍ਰੀ ਗੁਰੂ ਅਰਜਨ ਦੇਵ ਜੀ ਨੂੰ ਲੋਕ ਸੱਚੇ ਪਾਤਸ਼ਾਹ ਕਹਿਣ ਲੱਗ ਪਏ, ਬਿਲਕੁਲ ਸਹੀ ਹੈ। ਸ਼੍ਰੀ ਗੁਰੂ ਹਰਗੋਬਿੰਦ ਜੀ 1645 ਈਸਵੀ ਨੂੰ ਗੁਰਗੱਦੀ ਉੱਪਰ ਬੈਠੇ, ਇਹ ਵੀ ਸਹੀ ਹੈ, ਕਿਉਂਕਿ ਜੋ ਅੱਜ ਲਿਖਿਆ ਵੀ ਸ਼੍ਰੀ ਗੁਰੂ ਹਰਗੋਬਿੰਦ ਜੀ ਨੂੰ ਸੱਚੇ ਪਾਤਸ਼ਾਹ ਕਹਿਣ ਲੱਗ ਪਏ, ਇਹ ਵੀ ਬਿਲਕੁਲ ਸਹੀ ਹੈ। ਅਤੇ ਲੋਕ ਸ਼੍ਰੀ ਗੁਰੂ ਅਰਜਨ ਦੇਵ ਜੀ ਨੂੰ ਵੀ ਸੱਚੇ ਪਾਤਸ਼ਾਹ ਕਹਿਣ ਲੱਗੇ ਸਨ। ਤਾਂ ਕਰਕੇ ਪਿਛਲੀ ਸਲਾਈਡ ਦੇ ਅਨੁਸਾਰ ਇਹ ਅੱਜ ਵਾਲਾ ਕੰਮ ਇਹ ਸਹੀ ਹੈ, ਗਲਤ ਨਹੀਂ ਹੈ। ਭਾਵ ਸ਼੍ਰੀ ਗੁਰੂ ਅਰਜਨ ਦੇਵ ਜੀ ਨੂੰ ਵੀ ਲੋਕ ਸੱਚੇ ਪਾਤਸ਼ਾਹ ਕਹਿਣ ਲੱਗੇ ਸਨ ਅਤੇ ਸ਼੍ਰੀ ਗੁਰੂ ਹਰਗੋਬਿੰਦ ਜੀ ਨੂੰ ਲੋਕ ਸੱਚੇ ਪਾਤਸ਼ਾਹ ਕਹਿਣ ਲੱਗੇ ਸਨ। ਗੁਰੂ ਹਰਗੋਬਿੰਦ ਜੀ 1645 ਵਿੱਚ ਗੁਰਗੱਦੀ ਉੱਤੇ ਬੈਠੇ, ਗਲਤ ਹੈ। 1606 ਈਸਵੀ ਵਿੱਚ ਬੈਠੇ। ਲੋਹਗੜ੍ਹ ਕਿਲ੍ਹਾ ਕਿੱਥੇ ਸਥਿਤ ਹੈ? ਅੰਮ੍ਰਿਤਸਰ ਵਿਖੇ। ਲੋਹਗੜ੍ਹ ਕਿਲ੍ਹੇ ਦੀ ਉਸਾਰੀ ਕਿਸ ਨੇ ਕਰਾਈ? ਸ਼੍ਰੀ ਗੁਰੂ ਹਰਗੋਬਿੰਦ ਜੀ। ਇਸ ਤਰ੍ਹਾਂ ਅੱਜ ਵਾਲੇ ਸਲਾਈਡ ਦੇ ਕੁਐਸਚਨ ਆਨਸਰ ਅੰਗਰੇਜ਼ੀ ਅਤੇ ਪੰਜਾਬੀ ਮੀਡੀਅਮ ਵਿੱਚ ਕੀਤੇ ਹੋਏ ਹਨ, ਤਾਂ ਜੋ ਵਿਦਿਆਰਥੀ ਆਪਣਾ ਆਪਣਾ ਕੰਮ ਕਰ ਸਕਣ। ਹਰ ਰੋਜ਼ 1 ਘੰਟਾ, ਇੱਕ ਦਿਨ ਛੱਡ ਕੇ ਅੰਗਰੇਜ਼ੀ ਅਤੇ ਸਮਾਜਿਕ ਸਿੱਖਿਆ ਵਿਸ਼ੇ ਦੀ ਹਰ ਰੋਜ਼ 1 ਘੰਟਾ ਕਲਾਸ ਲੱਗਦੀ ਹੈ ਔਨਲਾਈਨ, ਜੋ ਕੱਲ੍ਹ ਮੈਂ ਕਿਸੇ ਕਾਰਨ ਲਾ ਨਹੀਂ ਸਕਿਆ, ਅੱਜ ਲੱਗੇਗੀ। ਜੇਕਰ ਕੋਈ ਵੀ ਵਿਦਿਆਰਥੀ ਉਹ ਕਲਾਸ ਲਾਉਣਾ ਚਾਹੁੰਦਾ, ਜੋ ਬਿਲਕੁਲ ਮੁਫਤ ਹੈ, 1 ਘੰਟਾ ਕਲਾਸ ਲੱਗਦੀ ਹੈ, ਕਦੇ ਅੰਗਰੇਜ਼ੀ ਦੀ ਕਦੇ ਸਮਾਜਿਕ ਦੀ, ਤਾਂ ਉਹ ਵਿਦਿਆਰਥੀ ਮੇਰੇ ਇਸ ਨੰਬਰ 'ਤੇ ਮੈਨੂੰ ਮੈਸੇਜ ਕਰ ਸਕਦੇ ਨੇ ਜਾਂ ਮੈਨੂੰ ਕਾਲ ਵੀ ਕਰ ਸਕਦੇ ਹਨ। ਜੇਕਰ ਕਿਸੇ ਵੀ ਵਿਦਿਆਰਥੀ ਨੂੰ ਹੋਰ ਵੀ ਕੋਈ ਪਰੇਸ਼ਾਨੀ ਆਉਂਦੀ ਹੈ ਤਾਂ ਉਹ ਵੀ ਮੈਨੂੰ ਮੈਸੇਜ ਜਾਂ ਕਾਲ ਕਰ ਸਕਦੇ ਹਨ। ਧੰਨਵਾਦ।